ਗੁੱਡ ਮਾਰਨਿੰਗ ਸਟੂਡੈਂਟਸ। ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਲਿਕੁਇਡਿਟੀ ਰੇਸ਼ੋਜ਼ ਦੀ, ਜਿਸ ਦੇ ਵਿੱਚ ਆਪਾਂ ਨੇ 3 ਟਾਈਪਸ ਕੀਤੀਆਂ ਸੀ, ਕਰੰਟ ਰੇਸ਼ੋ, ਐਸਿਡ ਰੇਸ਼ੋ, ਐਬਸੋਲੂਟ ਲਿਕੁਇਡ ਰੇਸ਼ੋ ਤੇ ਇੱਕ ਹੋਰ ਵੀ ਕੀਤੀ ਸੀ ਇੰਟਰਵਲ ਰੇਸ਼ੋ। ਤੇ ਅੱਜ ਆਪਾਂ ਗੱਲ ਕਰਾਂਗੇ ਕਰੰਟ ਐਸਿਡਸ ਮੂਵਮੈਂਟ ਔਰ ਐਫੀਸ਼ੀਐਂਸੀ ਰੇਸ਼ੋਜ਼ ਦੀ। ਮੀਨਸ ਵੀ ਜਿੰਨੀਆਂ ਵੀ ਤੁਹਾਡੀ ਟਰਨਓਵਰ ਰੇਸ਼ੋਜ਼ ਨੇ ਆਪਾਂ ਅੱਜ ਉਹਨਾਂ ਦੀ ਗੱਲ ਕਰਾਂਗੇ। ਫਸਟ ਰੇਸ਼ੋ ਕੀ ਹੈ? ਇਨਵੈਂਟਰੀ ਟਰਨਓਵਰ ਔਰ ਸਟਾਕ ਟਰਨਓਵਰ ਰੇਸ਼ੋ। ਤਾਂ ਜੇ ਆਪਾਂ ਗੱਲ ਕਰੀਏ ਸਟਾਕ ਟਰਨਓਵਰ ਦੀ, ਤਾਂ ਸਟਾਕ ਟਰਨਓਵਰ ਦਾ ਮੀਨਿੰਗ ਕੀ ਹੈ? ਐਵਰੀ ਫਰਮ ਹੈਜ਼ ਟੂ ਮੇਨਟੇਨ ਏ ਸਰਟੇਨ ਲੈਵਲ ਆਫ ਇਨਵੈਂਟਰੀ ਆਫ ਫਿਨਿਸ਼ਡ ਗੁਡਸ ਸੋ ਐਜ਼ ਟੂ ਬੀ ਲੇਬਲ ਟੂ ਮੀਟ ਦ ਰਿਕੁਆਇਰਮੈਂਟਸ ਆਫ ਦਾ ਬਿਜ਼ਨਸ। ਦੇਖੋ ਇੰਪਲੋਇਜ਼ ਨੇ ਬਿਜ਼ਨਸ ਦੇ ਵਿੱਚ, ਆਪਾਂ ਉਹਨਾਂ ਦੀ ਵੀ ਕੀ ਕਰਦੇ ਰਹਿੰਦੇ ਹਾਂ? ਡੇ ਟੂ ਡੇ ਟਰਨਓਵਰ ਕਰਦੇ ਰਹਿੰਦੇ ਹਾਂ। ਮੀਨਸ ਆਪਾਂ ਉਹਦੀ ਸ਼ਿਫਟਿੰਗ ਕਰਦੇ ਰਹਿੰਦੇ ਹਾਂ। ਸੇਮ ਐਜ਼ ਦਾ ਕੇਸ ਆਫ ਇਨਵੈਂਟਰੀ ਵੀ, ਆਪਾਂ ਨੇ ਇਨਵੈਂਟਰੀ ਦਾ ਪ੍ਰੋਪਰ ਯੂਟੀਲਾਈਜੇਸ਼ਨ ਕਰਨ ਦੇ ਲਈ ਉਸਨੂੰ ਕੀ ਕਰਨਾ? ਮੇਨਟੇਨ ਕਰਕੇ ਰੱਖਣਾ। ਜਿੱਥੇ ਆਪਾਂ ਨੂੰ ਉਸਦੀ ਰਿਕੁਆਇਰਮੈਂਟ ਆਪਾਂ ਉੱਥੇ ਉਸਨੂੰ ਯੂਜ਼ ਕਰ ਲੈਣਾ। ਤਾਂ ਆਪਾਂ ਕੀ ਕਰ ਰਹੇ ਹਾਂ? ਇੱਥੇ ਇਨਵੈਂਟਰੀ ਟਰਨਓਵਰ ਕਰ ਰਹੇ ਹਾਂ। ਤਾਂ ਜੇ ਆਪਾਂ ਗੱਲ ਕਰੀਏ ਫਾਰਮੂਲਾ ਦੀ, ਤਾਂ ਇਨਵੈਂਟਰੀ ਟਰਨਓਵਰ ਰੇਸ਼ੋ ਇਜ਼ ਇਕੁਅਲ ਟੂ COGS ਅਪੋਨ ਐਵਰੇਜ ਇਨਵੈਂਟਰੀ ਐਟ ਕਾਸਟ। ਮੀਨਸ ਕਾਸਟ ਆਫ ਗੁੱਡ ਸੋਲਡ ਅਪੋਨ ਐਵਰੇਜ ਇਨਵੈਂਟਰੀ ਐਟ ਕਾਸਟ। ਤਾਂ COGS ਦੇਖੋ, COGS ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ COGS ਕੈਲਕੂਲੇਟ ਕਰਨ ਦਾ ਹੀ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ। COGS ਕਿਸ ਦੇ ਇਕੁਅਲ ਹੁੰਦੀ ਹੈ? ਓਪਨਿੰਗ ਸਟਾਕ ਪਲੱਸ ਪਰਚੇਜ਼ਸ ਮਾਈਨਸ ਕਲੋਜ਼ਿੰਗ ਸਟਾਕ, ਜਾਂ ਫਿਰ ਸੇਲਸ ਮਾਈਨਸ GP ਵੀ ਕੈਲਕੂਲੇਟ ਹੋ ਜਾਂਦਾ ਆਪਣਾ ਇਹ। ਹੁਣ ਦੇਖੋ ਆਪਾਂ ਗੱਲ ਕੀਤੀ ਹੈ ਕਿ ਜੋ ਇਨਵੈਂਟਰੀ ਟਰਨਓਵਰ ਰੇਸ਼ੋ ਹੈ ਉਸਦਾ ਫਾਰਮੂਲਾ ਹੈ COGS ਅਪੋਨ ਐਵਰੇਜ ਇਨਵੈਂਟਰੀ। ਤਾਂ ਕਿਸੇ ਵੀ ਚੀਜ਼ ਦੀ ਜਦੋਂ ਆਪਾਂ ਨੂੰ ਟੋਟਲ ਵੈਲਿਊ ਪਤਾ ਹੁੰਦੀ ਹੈ ਤਾਂ ਆਪਾਂ ਐਵਰੇਜ ਕਿਵੇਂ ਕਰਦੇ ਹਾਂ? ਉਸਨੂੰ ਅਪੋਨ 2 ਕਰਕੇ, ਕਿਉਂਕਿ ਕਿਸੇ ਵੀ ਚੀਜ਼ ਦਾ ਹਾਫ ਕੀ ਉਸਦਾ ਐਵਰੇਜ ਹੁੰਦਾ। ਤਾਂ ਆਪਾਂ ਕੀ ਕਰਾਂਗੇ? ਓਪਨਿੰਗ ਸਟਾਕ ਪਲੱਸ ਕਲੋਜ਼ਿੰਗ ਸਟਾਕ ਅਪੋਨ 2 ਇਟ ਇਜ਼ ਇਕੁਅਲ ਟੂ ਐਵਰੇਜ ਇਨਵੈਂਟਰੀ। ਤਾਂ ਆਪਾਂ ਇੱਕ ਇਸ ਦਾ ਨੂਮੈਰੀਕਲ ਕੁਐਸਚਨ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਕੁਐਸਚਨ ਦੇ ਵਿੱਚ ਕੀ ਗਿਵਨ ਹੈ? COGS ਆਪਾਂ ਨੂੰ ਦਿੱਤਾ ਹੈ 5 ਲੱਖ ਰੁਪੀਜ਼ ਦਾ, ਓਪਨਿੰਗ ਸਟਾਕ ਹੈ ਅਤੇ ਕਲੋਜ਼ਿੰਗ ਦਾ। ਤਾਂ ਦੇਖੋ ਸਿੰਪਲ ਸਮ ਹੈ, COGS ਆਪਾਂ ਨੇ ਕੈਲਕੂਲੇਟ ਨਹੀਂ ਕਰਨਾ, ਗਿਵਨ ਹੈ। ਤਾਂ ਫਾਰਮੂਲਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ COGS ਅਪੋਨ ਕੀ ਹੁੰਦਾ? ਐਵਰੇਜ ਇਨਵੈਂਟਰੀ ਐਟ ਕਾਸਟ। COGS ਆਪਾਂ ਲਿਖ ਦੇਵਾਂਗੇ ਅਤੇ ਆਪਾਂ ਐਵਰੇਜ ਇਨਵੈਂਟਰੀ ਕਿਵੇਂ ਕਰਨੀ ਹੈ? ਓਪਨਿੰਗ ਪਲੱਸ ਕਲੋਜ਼ਿੰਗ ਅਪੋਨ 2। ਤਾਂ ਆਪਾਂ ਕੀ ਕਰਾਂਗੇ? ਇਸਨੂੰ 40 + 60 ਅਪੋਨ 2 ਕਰ ਦੇਵਾਂਗੇ ਅਤੇ ਆਪਣੇ ਕੋਲ ਕੀ ਆ ਜਾਏਗੀ? ਐਵਰੇਜ ਇਨਵੈਂਟਰੀ। ਤਾਂ ਆਪਣੇ ਕੋਲ ਫਾਰਮੂਲਾ ਲਗਾ ਕੇ ਕੀ ਕੈਲਕੂਲੇਸ਼ਨਸ ਕਰ ਲਈਆਂ? ਇਨਵੈਂਟਰੀ ਟਰਨਓਵਰ ਰੇਸ਼ੋ ਜਾਂ ਫਿਰ ਸਟਾਕ ਟਰਨਓਵਰ ਰੇਸ਼ੋ। ਆਪਾਂ ਇੱਕ ਇਲਸਟ੍ਰੇਸ਼ਨ ਹੋਰ ਕਰਦੇ ਹਾਂ ਇਸ ਦੀ। ਦੇਖੋ ਜੇ ਤਾਂ ਤੁਹਾਨੂੰ COGS ਗਿਵਨ ਹੈ ਤਾਂ ਤੁਸੀਂ ਸੇਮ ਐਜ਼ ਇਟ ਲਿਖ ਦੋਗੇ, ਬਟ ਕਈ ਵਾਰ ਕੀ ਹੁੰਦਾ COGS ਨਹੀਂ ਗਿਵਨ ਹੈ ਤਾਂ ਆਪਣੇ ਕੋਲ 2 ਜਾਂ 3 ਫਾਰਮੂਲਾਜ਼ ਨੇ COGS ਕੈਲਕੂਲੇਟ ਕਰਨ ਦੇ। ਇੱਕ ਤਾਂ ਹੈ ਓਪਨਿੰਗ ਸਟਾਕ ਪਲੱਸ ਪਰਚੇਜ਼ਸ ਮਾਈਨਸ ਕਲੋਜ਼ਿੰਗ ਸਟਾਕ, ਅਤੇ ਸੈਕਿੰਡ ਹੈ ਸੇਲਸ ਮਾਈਨਸ GP। ਜੇ ਤੁਹਾਡੇ ਕੋਲ ਸੇਲਸ ਨੇ GP ਨੇ ਤਾਂ ਵੀ ਤੁਸੀਂ COGS ਜਿਹੜੀ ਕੈਲਕੂਲੇਟ ਕਰ ਸਕਦੇ ਹੋ। ਤਾਂ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਕੀ ਗਿਵਨ ਹੈ? ਦੇਖੋ ਕੈਸ਼ ਸੇਲਸ ਨੇ, ਰਿਟਰਨ ਇਨਵਰਡ ਹੈ, ਓਪਨਿੰਗ ਸਟਾਕ ਹੈ, ਕਲੋਜ਼ਿੰਗ ਸਟਾਕ ਹੈ। ਤਾਂ COGS ਮੈਂ ਤੁਹਾਨੂੰ ਦੱਸਿਆ ਕਿ ਕੀ ਹੁੰਦਾ ਹੈ? ਓਪਨਿੰਗ ਸਟਾਕ ਪਲੱਸ ਪਰਚੇਜ਼ਸ ਮਾਈਨਸ ਕਲੋਜ਼ਿੰਗ ਸਟਾਕ। ਇਹ ਫਾਰਮੂਲਾ ਲਗਾ ਕੇ ਤੁਹਾਡੇ ਕੋਲ ਕੀ ਆ ਜਾਏਗਾ? ਸਭ ਤੋਂ ਪਹਿਲਾਂ ਦੇਖੋ GP ਆ ਗਿਆ, GP ਮਾਈਨਸ ਸੇਲਸ ਕਿਹਦੇ ਇਕੁਅਲ ਹੈ? ਤੁਹਾਡਾ COGS ਦੇ, ਜਾਂ ਫਿਰ NP ਮਾਈਨਸ GP ਕਿਸ ਦੇ ਇਕੁਅਲ ਹੈ? COGS ਦੇ। ਤਾਂ ਇਹ ਸਿੰਪਲ ਜੇ ਸਾਹਮਣੇ ਤਾਂ ਇਲਸਟ੍ਰੇਸ਼ਨਸ ਮੈਕਸਿਮਮ ਟੂ ਮੈਕਸਿਮਮ ਟਰਾਈ ਕਰਕੇ ਵੇਖ ਲਿਓ ਇਨਵੈਂਟਰੀ ਟਰਨਓਵਰ ਰੇਸ਼ੋਜ਼ ਦੀਆਂ। ਅਤੇ ਕਈ ਵਾਰ ਕੁਐਸਚਨ ਦੇ ਵਿੱਚ ਉਹ ਪੁੱਛ ਲੈਂਦੇ ਨੇ ਕਿ ਇਨਵੈਂਟਰੀ ਕਨਵਰਜ਼ਨ ਪੀਰੀਅਡ ਕਿੰਨਾ ਹੈ। ਇਹ ਸਾਰੇ ਕੁਐਸਚਨ ਦੇ ਵਿੱਚ ਹੀ ਪੁੱਛਣਗੇ ਜਿੰਨੀਆਂ ਵੀ ਤੁਹਾਡੀਆਂ ਟਰਨਓਵਰ ਰੇਸ਼ੋਜ਼ ਨੇ, ਭਾਵੇਂ ਉਹ ਡੈਟਰ ਟਰਨਓਵਰ ਹੈ ਜਾਂ ਫਿਰ ਕ੍ਰੈਡੀਟਰ ਟਰਨਓਵਰ ਰੇਸ਼ੋ ਹੈ ਜਾਂ ਫਿਰ ਇਨਵੈਂਟਰੀ ਟਰਨਓਵਰ ਰੇਸ਼ੋ ਹੈ। ਤਾਂ ਇਨਵੈਂਟਰੀ ਕਨਵਰਜ਼ਨ ਪੀਰੀਅਡ ਇਜ਼ ਇਕੁਅਲ ਟੂ ਡੇਜ਼ ਇਨ ਅ ਈਅਰ ਅਪੋਨ ਇਨਵੈਂਟਰੀ ਟਰਨਓਵਰ ਰੇਸ਼ੋ। ਡੇਜ਼ ਲੈ ਲਓ ਜਾਂ ਫਿਰ ਤੁਸੀਂ ਕੀ ਕਰੋਗੇ? ਈਅਰ ਲੈ ਲਓ। ਡੇਜ਼ ਲੈ ਰਹੇ ਹਾਂ ਜਦੋਂ ਆਪਾਂ ਤਾਂ 365 ਅਪੋਨ ਕੀ ਕਰਨਾ? ਜਿਹੜੀ ਤੁਹਾਡੀ ਰੇਸ਼ੋ ਆਈ ਹੈ। ਜਿਵੇਂ ਦੇਖੋ ਮੈਂ ਫਸਟ ਕੁਐਸਚਨ ਦੇ ਵਿੱਚ ਮੇਰੀ ਇਨਵੈਂਟਰੀ ਟਰਨਓਵਰ ਰੇਸ਼ੋ ਹੈ 10, ਤਾਂ ਅਪੋਨ ਕਰ ਦੇਵਾਂਗੇ 10। ਤਾਂ ਆਪਾਂ ਸੈਕਿੰਡ ਮੈਥਡ ਦੀ ਗੱਲ ਕਰਾਂਗੇ, ਡੈਟਰਸ ਟਰਨਓਵਰ ਰੇਸ਼ੋ। ਡੈਟਰਸ ਟਰਨਓਵਰ ਰੇਸ਼ੋ ਦਾ ਫਾਰਮੂਲਾ ਕੀ ਹੈ? ਨੈਟ ਕ੍ਰੈਡਿਟ ਐਨੂਅਲ ਸੇਲਸ ਅਪੋਨ ਐਵਰੇਜ ਟ੍ਰੇਡ ਡੈਟਰਸ। ਦੇਖੋ ਐਵਰੇਜ ਤੁਸੀਂ ਜਿਵੇਂ ਇਨਵੈਂਟਰੀ ਦੀ ਕੱਢਣੀ ਹੈ ਸੇਮ ਹੀ ਤੁਸੀਂ ਡੈਟਰਸ ਦੀ ਕੱਢਣੀ ਹੈ, ਓਪਨਿੰਗ ਡੈਟਰ ਪਲੱਸ ਕਲੋਜ਼ਿੰਗ ਡੈਟਰ ਅਪੋਨ 2। ਅਤੇ ਆਪਾਂ ਨੂੰ ਦੇਖੋ ਡੈਟਰ ਦੇ ਤਾਂ ਲਈ ਚਾਹੀਦੀ ਹੁੰਦੀ ਹੈ ਨੈਟ ਕ੍ਰੈਡਿਟ ਐਨੂਅਲ ਸੇਲਸ, ਅਤੇ ਸੇਮ ਕ੍ਰੈਡੀਟਰ ਟਰਨਓਵਰ ਰੇਸ਼ੋ ਉਸ ਦੇ ਵਿੱਚ ਚਾਹੀਦੀ ਹੋਊਗੀ ਤੁਹਾਨੂੰ ਪਰਚੇਜ਼ਸ। ਦੇਖੋ ਇਸ ਨੂੰ ਈਜ਼ੀ ਕਰਨ ਦਾ ਵੀ ਜੇ ਆਪਾਂ ਇੱਕ ਕਨਸੈਪਟ ਸਮਝੀਏ ਕਿ ਡੈਟਰਸ ਦੇ ਵਿੱਚ ਸੇਲਸ ਕਿਉਂ ਆਉਂਦੀ ਹੈ। ਡੈਟਰ ਕੌਣ ਹੁੰਦੇ ਨੇ? ਵੀ ਜਿਨ੍ਹਾਂ ਤੋਂ ਆਪਾਂ ਨੇ ਪੈਸਾ ਲੈਣਾ ਹੈ। ਜੇ ਆਪਾਂ ਨੇ ਕਿਸੇ ਨੂੰ ਕੁਝ ਸੇਲਸ ਕੀਤਾ ਤਾਂ ਹੀ ਆਪਣੇ ਉਹ ਡੈਟਰਸ ਨੇ। ਕ੍ਰੈਡੀਟਰਸ ਕੀ ਹੈ? ਆਪਾਂ ਦੇਣਦਾਰ, ਆਪਾਂ ਨੇ ਕਿਸੇ ਦਾ ਪੈਸਾ ਕੀ ਕਰਨਾ ਹੈ?
ਦੇਣਾ। ਡੈਟਰ ਤਾਂ ਆਪਣੇ ਹੋ ਗਏ, ਐਸਟ ਹੋ ਗਿਆ ਆਪਾਂ ਨੇ ਪੈਸਾ ਲੈਣਾ ਕਿਸੇ ਤੋਂ। ਕ੍ਰੈਡੀਟਰ ਜਦੋਂ ਆਪਾਂ ਨੇ ਕਿਸੇ ਦਾ ਪੇ ਕਰਨਾ, ਲਾਇਬਿਲਿਟੀ ਸਾਈਡ ਆਪਾਂ ਤਾਂ ਹੀ ਪਾਉਂਦੇ ਨਾ ਉਹਨੂੰ ਬੈਲੈਂਸ ਸ਼ੀਟ ਦੇ ਵਿੱਚ। ਤਾਂ ਦੇਖੋ ਆਪਾਂ ਨੇ ਕਿਸੇ ਦਾ ਪੈਸਾ ਕਿਉਂ ਦੇਣਾ, ਜੇ ਆਪਾਂ ਨੇ ਕਿਸੇ ਤੋਂ ਕੁਛ ਪਰਚੇਜ਼ ਕੀਤਾ। ਤਾਂ ਡੈਟਰਸ ਦੇ ਵਿੱਚ ਕੀ ਆਏਗਾ ਤੁਹਾਡਾ ਨੈਟ ਕ੍ਰੈਡਿਟ ਸੇਲਸ, ਅਤੇ ਕ੍ਰੈਡੀਟਰਸ ਦੇ ਵਿੱਚ ਆਏਗੀ ਨੈਟ ਕ੍ਰੈਡਿਟ ਪਰਚੇਸਿਸ। ਬਾਕੀ ਸਾਰਾ ਫਾਰਮੂਲਾ ਕੀ ਹੈ ਤੁਹਾਡਾ ਸੇਮ ਹੀ ਹੈ, ਨੀਚੇ ਤਾਂ ਐਵਰੇਜ ਟ੍ਰੇਡ ਡੈਟਰ ਅਤੇ ਉੱਥੇ ਲਿਖੋਗੇ ਐਵਰੇਜ ਟ੍ਰੇਡ ਕ੍ਰੈਡੀਟਰਸ। ਤਾਂ ਆਪਾਂ ਇਸ ਦੇ ਕੁਐਸਚਨ ਕਰਦੇ ਹਾਂ। ਦੇਖੋ ਐਨੂਅਲ ਕ੍ਰੈਡਿਟ ਸੇਲਸ ਆਪਾਂ ਨੂੰ ਗਿਵਨ ਹੈ, ਠੀਕ ਹੈ, ਕਿੰਨੇ ਦੀ ਆਪਣੇ ਕੋਲੇ ਐਨੂਅਲ ਸੇਲਸ ਆਪਣੇ ਕੋਲੇ 25,000 ਰੁਪੀਜ਼ ਦੀ। ਬਟ ਸੇਲਸ ਦੇਖੋ 25 ਦੀ ਕੀਤੀ ਸੀ ਆਪਾਂ ਨੇ, ਬਟ ਉਹਦੇ ਵਿੱਚੋਂ 1000 ਦੀ ਰਿਟਰਨ ਹੋ ਗਈ। ਤਾਂ ਹੁਣ ਆਪਣੀ ਰਿਮੇਨਿੰਗ ਕਿੰਨੀ ਹੈ 24 ਹੈ। ਡੈਟਰਸ ਕਿੰਨੇ ਦੇ ਨੇ ਆਪਣੇ ਕੋਲੇ 3000 ਦੇ ਨੇ, ਅਤੇ BR ਕਿੰਨੇ ਦੇ ਨੇ 1000 ਦੇ ਨੇ। ਹੁਣ ਇਹ ਨਹੀਂ ਸੋਚਣਾ ਵੀ ਇਹ ਤਾਂ BR ਨੇ, ਡੈਟਰ ਅਲੱਗ ਚੀਜ਼ ਹੈ। BR ਵੀ ਕੈਸਟ ਹੈ, ਬਿਲਜ਼ ਰਿਸੀਵੇਬਲ ਮੀਨਸ ਆਪਾਂ ਨੂੰ ਪੈਸਾ ਮਿਲੇਗਾ, ਆਪਾਂ ਨੇ ਬਿੱਲ ਡਰੋ ਕੀਤਾ ਹੋਇਆ, ਤਾਂ ਉਹ ਵੀ ਇੱਕ ਤਰ੍ਹਾਂ ਦਾ ਡੈਟਰ ਹੀ ਤੁਸੀਂ ਕੰਸੀਡਰ ਕਰਨਾ ਹੈ। ਤਾਂ ਟੋਟਲ ਡੈਟਰ ਤੁਹਾਡੇ ਕਿੰਨੇ ਦੀ ਹੋ ਗਈ 4000 ਦੀ ਹੋ ਗਈ। ਤਾਂ ਆਪਾਂ ਕੀ ਕਰਾਂਗੇ ਨੈਟ ਕ੍ਰੈਡਿਟ ਐਨੂਅਲ ਸੇਲਸ ਅਪੋਨ ਐਵਰੇਜ ਟ੍ਰੇਡ ਡੈਟਰਸ। ਇਹ ਕੁਐਸਚਨ ਦੇ ਵਿੱਚ ਕੀ ਥੋੜ੍ਹੀ ਜਿਹੀ ਇਹਨਾਂ ਨੇ ਗੜਬੜ ਕੀਤੀ ਆਈ ਥਿੰਕ। ਇਹਨਾਂ ਨੇ ਦੇਖੋ ਕੀ ਕੀਤਾ ਨੈਟ ਕ੍ਰੈਡਿਟ ਐਨੂਅਲ ਸੇਲ ਅਪੋਨ ਡੈਟਰ ਕਰ ਦਿੱਤੇ ਡਾਇਰੈਕਟ। ਆਪਾਂ ਨੂੰ ਕਿਹੜੇ ਚਾਹੀਦੇ ਹੁੰਦੇ ਨੇ, ਆਪਾਂ ਨੂੰ ਐਵਰੇਜ ਡੈਟਰ ਚਾਹੀਦੇ ਨੇ, ਤਾਂ ਕਰਕੇ ਆਪਾਂ ਉਸਦੀ ਐਵਰੇਜ ਵੀ ਅੱਗੇ ਕੈਲਕੂਲੇਟ ਕਰਨੀ ਹੈ। ਤਾਂ ਸੇਮ ਜੇ ਕੁਐਸਚਨ ਆ ਜੇ ਕ੍ਰੈਡਿਟਰਸ ਆ ਤਾਂ ਵੀ ਤੁਸੀਂ ਇਸ ਨੂੰ ਈਜ਼ੀਲੀ ਕਰ ਪਾਓਗੇ। ਨੈਕਸਟ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਲੌਂਗ ਟਰਮ ਸੋਲਵੈਂਸੀ ਰੇਸ਼ੋਜ਼ ਦੀ। ਥੈਂਕ ਯੂ।